गुरु जी दी साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरां ने गुरबाणी गुरु राहीं उपदेश बख्शिश कीता है, सतगुरु समझाउंदे भी जो साडे सारियां दे मन ने, साडे मनां वास्ते मालक ने घर बना के दिता। इत्थे भेजण तो पहलां भी बच्चा परदेश चले, भी उत्थे जाके इहनूं किसी किस्म की भी कोई तकलीफ ना होवे, कोई दुख ना हो। जिमें आप संसार च देखते हैं भी माता पिता कोल जिन्ना भी हुंदा है वो वध तो वध आपदे बच्चों वास्ते करते भी इन्हां नूं किसी किस्म की कोई तकलीफ ना हो। और इस तरह ही साडे माता पिता ने अपने मन बच्चे वास्ते सारियां सुख सहूलतां घर दे विच रख दित्ती। जिसनूं निज महल कह दिता, थिर घर कह दिता, 10वां द्वार कह दिता। हुण ज्यों ही असी इधर आए, इधर आके हुण असी आपदे घर नूं भुल गए। वो घर नूं जिहड़ा दरवाजा लग्या सी वो दरवाजा भी भुल गए, वो जिंदरा भी भुल गए भी किहड़ा जिंदरा लग्या, किहड़ा दरवाजा लग्या ते किवें उस नूं खोलणा। और ये सारा भेद फिर जदों असीं सत संगत दे विच आउंदे हां, गुरु दी शरण दे विच आउंदे, फिर ये सानूं सारा भेद दिता जांदा भी किवें साडा मन हुण घर वापस जावे। जिहड़े गुरमुखां ने फिर गुरु दी मत लई, जिहड़े घर गए, फिर उन्हां ने घर दे विच जाके घर दीयां जिहड़ियां सुख सहूलतां सी उन्हां दा आनंद लिया, उन्हां दा सुख माणिया।
ਫਿਰ ਉਹਨਾਂ ਨੇ ਦੱਸਿਆ ਵੀ ਸਾਡੇ ਘਰ ਦੇ ਵਿੱਚ ਸਦਾ ਹੀ ਜਿਹੜਾ ਅੰਮ੍ਰਿਤ ਹੈ ਉਹ ਅੰਮ੍ਰਿਤ ਦੀ ਵਰਖਾ ਹੋ ਰਹੀ, ਜਿਹੜਾ ਅੰਮ੍ਰਿਤ ਉਹ ਸਦਾ ਹੀ ਵਰਸਦਾ। ਫਿਰ ਉਹ ਗੁਰਮੁਖ ਉਹ ਅੰਮ੍ਰਿਤ ਰਸ ਚੱਖਦੇ ਅਤੇ ਉਹ ਫਿਰ ਸਹਿਜ ਘਰ ਦੇ ਵਿੱਚ ਰਹਿੰਦੇ ਅਤੇ ਉਹ ਫਿਰ ਜਦੋਂ ਬੋਲਦੇ ਜੋ ਫਿਰ ਮਾਲਕ ਸਾਨੂੰ ਕਹਿਣਾ ਚਾਹੁੰਦਾ, ਜੋ ਸਾਨੂੰ ਉਪਦੇਸ਼ ਦੇਣਾ ਚਾਹੁੰਦਾ, ਫਿਰ ਉਹ ਪਰਮਾਤਮਾ ਦੇ ਬੋਲੇ ਹੋਏ ਉਹ ਗੁਰਮੁਖ ਫਿਰ ਉਹਦੇ ਬੁਲਾਏ ਹੋਏ ਬੋਲਦੇ। ਜੋ ਮਾਲਕ ਕਹਿਣਾ ਚਾਹੁੰਦਾ ਫਿਰ ਉਹ ਬਚਨ ਬੋਲਦੇ, ਉਹਨਾਂ ਦੇ ਮੁਖ ਦੇ ਵਿੱਚੋਂ ਕਢਾਉਂਦੇ। ਇਸ ਅਵਸਥਾ ਦੇ ਵਿੱਚ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ, ਚੈਮ ਚੈਮ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ। ਵੀ ਸਾਡੇ ਘਰ ਦੇ ਵਿੱਚ ਉਹ ਅੰਮ੍ਰਿਤ ਦੀ ਵਰਖਾ ਹੋ ਰਹੀ ਅਤੇ ਬੁਲਾਇਆ ਕਿਹਦਾ ਬੋਲਦੀ, ਉਹ ਖਸਮ, ਉਹ ਪਤੀ ਪਰਮੇਸ਼ਰ, ਜੋ ਫਿਰ ਉਹ ਬੁਲਾਉਂਦਾ ਫਿਰ ਉਹ ਬੋਲਦੀ। ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਅਸੀਂ ਆਪਦੇ ਕੋਲੋਂ ਕੁਝ ਨਹੀਂ ਕਹਿੰਦੇ, ਜੋ ਮਾਲਕ ਦਾ ਹੁਕਮ ਹੁੰਦਾ, ਜੋ ਉਹ ਸਾਨੂੰ ਕਹਿਣਾ ਚਾਹੁੰਦੇ, ਫਿਰ ਉਹ ਉਹਨਾਂ ਗੁਰਮੁਖਾਂ ਦੇ, ਉਹਨਾਂ ਸੰਤਾਂ ਦੇ, ਸਾਧੂਆਂ ਦੇ ਮੁਖ ਰਾਹੀਂ ਕੀਤੀ। ਮਾਰੇ ਤਾਈਆਂ ਫਰਮਾਉਂਦੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ। ਇੱਕ ਤਾਂ ਗਿਆਨ ਹੁੰਦਾ ਸੰਸਾਰ ਦਾ ਕਿਤਾਬੀ, ਪੜ੍ਹ ਪੜ੍ਹ ਕੇ ਇਕੱਠਾ ਕੀਤਾ ਹੋਏ ਬਾਹਰੀ ਗਿਆਨ। ਇੱਕ ਹੁੰਦਾ ਵੀ ਉਹ ਗਿਆਨ ਜਿਹੜਾ ਬੁਲਾਏ ਹੋਏ ਅਸੀਂ ਪਰਮਾਤਮਾ ਦੀ ਬੋਲਦੀ, ਜਿਹੜਾ ਫਿਰ ਪਰਮਾਤਮਾ ਦਾ ਬੁਲਾਇਆ ਬੋਲਦਾ ਉਹਨੂੰ ਕਹਿੰਦੇ ਬ੍ਰਹਮ ਦਾ ਗਿਆਨ। ਕਿਉਂਕਿ ਉਹ ਜਿਹੜੇ ਵਚਨ, ਉਹ ਵਚਨ ਫਿਰ ਅੰਮ੍ਰਿਤਮਈ ਹੁੰਦੇ। ਜੋ ਮਾਲਕ ਸਾਨੂੰ ਕਹਿਣਾ ਚਾਹੁੰਦਾ ਉਹ ਆਪਣੇ ਵਚਨ ਉਹਦੇ ਖੁਦ ਦੇ ਹੁੰਦੇ। ਉਹ ਫਿਰ ਕਦੋਂ ਸਾਡੇ ਮੁਖ ਦੁਆਰਾ ਬੋਲਦੇ, ਜਦੋਂ ਸਾਡਾ ਮਨ ਸਹਿਜ ਘਰ ਦੇ ਵਿੱਚ ਹੁੰਦਾ, ਜਦੋਂ ਇਹ ਸਹਿਜ ਘਰ ਦੇ ਵਿੱਚ ਬੈਠ ਜਾਂਦਾ ਸੁਣਨ 'ਚ ਸਮਾਧੀ ਲਾ ਕੇ, ਫਿਰ ਮਾਲਕ ਜੋ ਵੀ ਬੋਲਦੇ ਉਹ ਆਪ ਹੀ ਬੋਲਦੇ, ਜੋ ਸਾਨੂੰ ਸਮਝਾਉਣਾ ਚਾਹੁੰਦੇ ਉਹ ਫਿਰ ਉਹ ਆਪ ਸਮਝਾਉਂਦੇ। ਮਾਰੇ ਫਰਮਾਉਂਦੇ ਨੇ, ਸੁਨ ਸਹਿਜ ਮੇ ਰਿਹਾ ਸਮਾਈ, ਮਨ ਮਦੇ ਜਾਣੇ ਜੇ ਕੋਈ, ਜੋ ਬੋਲੇ ਸੋ ਆਪੇ ਹੋਈ। ਫਿਰ ਜੋ ਵੀ ਬੋਲਦਾ ਉਹ ਮਾਲਕ ਖੁਦ ਬੋਲਦਾ। ਤਾਈਆਂ ਫਿਰ ਉਹਨਾਂ ਨੂੰ ਕਹਿੰਦੇ ਗੁਰਮੁਖ, ਗੁਰੂ ਦਾ ਮੁਖ। ਵੀ ਜੋ ਮਾਲਕ ਕਹਿਣਾ ਚਾਹੁੰਦਾ ਉਹਨਾਂ ਦੇ ਮੁਖ ਰਾਹੀਂ ਕਹਿੰਦੇ, ਜੋ ਸਾਨੂੰ ਸਮਝਾਉਣਾ ਚਾਹੁੰਦਾ ਉਹਨਾਂ ਦੇ ਮੁਖ ਰਾਹੀਂ ਸਮਝਾਉਂਦੇ। ਤਾਈਆਂ ਆਪਾਂ ਨੂੰ ਸਮਝਾਉਂਦੇ ਵੀ ਪਰਮਾਤਮਾ ਸਾਧੂਆਂ ਦੀ, ਸੰਤਾਂ ਦੀ, ਗੁਰਸਿੱਖਾਂ ਦੀ, ਗੁਰਮੁਖਾਂ ਦੀ ਰਸਨਾ ਦੇ ਉੱਤੇ ਵਸਤ, ਕਿਉਂਕਿ ਉਹਨਾਂ ਦੀ ਰਸਨਾ ਦੁਆਰਾ ਉਹ ਆਪ ਬੋਲਦੇ। ਮਾਰੇ ਫਰਮਾਉਂਦੇ, ਪ੍ਰਭ ਜੀ ਵਸੀ ਸਾਧ ਕੀ ਰਸਨਾ। ਵੀ ਮਾਲਕ ਸਾਧੂਆਂ ਦੀ ਰਸਨਾ 'ਤੇ ਉਹ ਆਪ ਬੋਲਦੇ, ਜੋ ਬਚਨ ਕਹਿਣਾ ਚਾਹੁੰਦਾ ਉਹਨਾਂ ਦੇ ਮੁਖ ਰਾਹੀਂ ਕਹਿੰਦਾ। ਫਿਰ ਇਸ ਵਾਸਤੇ 'ਚ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਅੰਮ੍ਰਿਤ ਹੈ। ਉਹ ਸਹਿਜ ਘਰ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਫਿਰ ਮਾਲਕ ਜੋ ਬੁਲਾਉਂਦਾ, ਜੋ ਕਹਿਣਾ ਚਾਹੁੰਦਾ, ਫਿਰ ਉਹਨਾਂ ਦੇ ਮੁਖ ਰਾਹੀਂ ਕਹਿੰਦਾ। ਇਸ ਵਾਸਤੇ ਫਿਰ ਇਹ ਜਿਹੜੇ ਬਚਨ ਹੁੰਦੇ ਸੰਤਾਂ ਦੇ, ਸਾਧੂਆਂ ਦੇ, ਉਹਨਾਂ ਨੂੰ ਅਸੀਂ ਬੜਾ ਧਿਆਨ ਦੇ ਨਾਲ ਸੁਣਨਾ। ਕਿਉਂਕਿ ਇਹ ਜਿਹੜੇ ਵਚਨ
ਉਹ ਵਚਨ ਅੰਮ੍ਰਿਤਮਈ ਹੁੰਦੇ ਅਤੇ ਸਾਡੇ ਮਨ ਦੀ ਮੈਲ ਲਾ ਦਿੰਦੇ। ਜਦੋਂ ਵਚਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ, ਸਾਡਾ ਹਿਰਦਾ ਸ਼ੁੱਧ ਹੋ ਜਾਂਦਾ, ਸਾਡਾ ਮਨ ਸ਼ੁੱਧ ਹੋ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਸਾਧ ਸੰਗਤ ਕਰਦੇ, ਸਾਡੇ ਪਿਛਲੇ ਕੀਤੇ ਹੋਏ ਪੁਰਾਣੇ ਚਿਰਾਂ ਦੇ ਪਾਪ, ਉਹ ਸਾਰੇ ਪਾਪ ਖੰਡਨ ਹੋ ਜਾਂਦੇ। ਉਹ ਪਾਪਾਂ ਦੀ ਮੈਲ ਸਾਡੇ ਮਨ ਤੋਂ ਲੈ ਜਾਂਦੀ। ਮਾਰੇ ਫਰਮਾਉਂਦੇ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ, ਨਾਮ ਗੋਬਿੰਦ ਕਾ ਸਦਾ ਲੀਜ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੇ। ਬਈ ਚਿਰਾਂ ਤੋਂ ਸਾਡੇ ਕੀਤੇ ਹੋਏ ਪਾਪ ਉਹ ਸਾਰੇ ਖੰਡਨ ਹੋ ਜਾਂਦੇ ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਂਦੇ। ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਐਸੀ ਸੰਗਤ ਦੇ ਵਿੱਚ ਮਾਲਕ ਆਪ ਹਾਜ਼ਰ ਹੁੰਦਾ। ਉਹ ਸਾਡੇ ਫਿਰ ਪਿਛਲੇ ਕੀਤੇ ਹੋਏ ਔਗਣ ਉਹ ਸਾਰੇ ਬਖਸ਼ ਦਿੰਦੇ। ਉਹ ਸਾਨੂੰ ਮੁਕਤ ਕਰ ਦਿੰਦੇ ਅਤੇ ਸਾਨੂੰ ਭਵ ਸਾਗਰ ਤੋਂ ਪਾਰ ਲੰਘਾ ਦਿੰਦੇ। ਫਿਰ ਉਹ ਸਾਡੇ ਕੋਈ ਵੀ ਔਗਣ ਨਹੀਂ ਦੇਖਦਾ, ਉਹ ਔਗਣ ਨਹੀਂ ਚਿਤਾਰਦਾ। ਇਹ ਸਤ ਸੰਗਤ ਦੀ ਵਡਿਆਈ ਹੈ। ਮਾਰੇ ਫਰਮਾਉਂਦੇ ਮੁਕਤ ਭਈ ਕਰ ਸਾਧ ਸੰਗਤ, ਤਿਨ ਕੇ ਔਗਣ ਸਭ ਪਰ ਹਰਿਆ, ਤਿਨ ਕੋ ਦੇਖ ਭਏ ਹੈ ਕਿਰਪਾਲਾ, ਤਿਨ ਭਵ ਸਾਗਰ ਤਰਿਆ। ਮਾਲਕ ਇੰਨਾ ਦਿਆਲੂ ਹੈ, ਇੰਨਾ ਕਿਰਪਾਲੂ ਹੈ। ਜਦੋਂ ਅਸੀਂ ਸਤ ਸੰਗਤ 'ਚ ਆ ਗਏ, ਉਹ ਫਿਰ ਸਾਡੇ ਸਾਰੇ ਔਗਣ ਬਖਸ਼ ਦਿੰਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਤ ਸੰਗਤ ਦੇ ਵਿੱਚ ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਐਸੀ ਸੰਗਤ ਦੇ ਵਿੱਚ ਮਾਲਕ ਆਪ ਹਾਜ਼ਰ ਹੁੰਦੇ ਅਤੇ ਆਪ ਵਿਚਰਦੇ। ਮਾਰੇ ਤਾਈਆਂ ਫਰਮਾਉਂਦੇ ਵਿੱਚ ਸੰਗਤ ਹਰ ਪ੍ਰਭ ਵਸੀ ਜੀਓ, ਵੀ ਸਤ ਸੰਗਤ 'ਚ ਆਪ ਵਸਦੇ। ਹੁਣ ਜਿੱਥੇ ਮਾਲਕ ਦੀ ਵਡਿਆਈ ਹੁੰਦੀ, ਜਿੱਥੇ ਉਹਦੇ ਗੁਣ ਗਾਏ ਜਾਂਦੇ, ਉਹ ਸਤ ਸੰਗਤ ਪਰਮਾਤਮਾ ਨੂੰ ਬੜੀ ਪਿਆਰੀ ਲੱਗਦੀ। ਵੀ ਜਿੱਥੇ ਮਾਲਕ ਦੇ ਗੁਣ ਗਾਏ ਜਾਂਦੇ, ਤਾਈਆਂ ਆਪਾਂ ਨੂੰ ਸਮਝਾਉਂਦੇ ਵੀ ਐਸੀ ਸਤ ਸੰਗਤ ਦੇ ਵਿੱਚ ਜਿੱਥੇ ਮਾਲਕ ਦਾ ਨਾਮ ਬਲੋਇਆ ਜਾਂਦਾ ਹੋਵੇ, ਉੱਥੇ ਜਾ ਕੇ ਚੁੱਪ ਕਰਕੇ ਬੈਠ ਜਾਓ। ਫਰਮਾਉਂਦੇ ਨੇ ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ। ਬਈ ਜਿਸੇ ਮਾਲਕ ਦਾ ਸਿਮਰਨ ਹੁੰਦਾ ਹੋਵੇ, ਉਹਦੇ ਗੁਣ ਗਾਏ ਜਾਂਦੇ, ਸੱਚ ਦੇ ਨਾਮ ਦੀ ਮਹਿਮਾ ਹੁੰਦੀ, ਐਸੀ ਸੰਗਤ ਦੇ ਵਿੱਚ ਜਾ ਕੇ ਚੁੱਪ ਕਰਕੇ ਬੈਠ ਜਾਓ। ਜਿੱਥੇ ਮਾਰੇ ਕਹਿੰਦੇ ਦੁਬਦਾ ਦੀ ਗੱਲ ਚੱਲਦੀ ਹੋਵੇ, ਜਿੱਥੇ ਕਿਸੇ ਦੀ ਨਿੰਦਿਆ ਹੁੰਦੀ, ਕਿਸੇ ਨੂੰ ਮਾੜਾ ਆਖਿਆ ਜਾਂਦਾ, ਦੁਬਦਾ ਵੈਰ ਵਿਰੋਧ ਦੀ ਗੱਲ ਚੱਲਦੀ, ਐਸੀ ਸੰਗਤ ਦੇ ਵਿੱਚੋਂ ਚੁੱਪ ਕਰਕੇ ਉੱਠ ਕੇ ਬਾਹਰ ਚਲੇ ਜਾਓ। ਕਿਉਂਕਿ ਜੇ ਅਸੀਂ ਉੱਥੇ ਬੈਠਾਂਗੇ, ਸਾਡੇ ਮਨ ਦੇ ਉੱਤੇ ਹੋਰ ਮੈਲ ਲੱਗ ਜੇ, ਸਾਡਾ ਮਨ ਹੋਰ ਅਸ਼ਾਂਤ ਅਤੇ ਹੋਰ ਦੁਖੀ ਹੋ ਜਾਏਗਾ। ਕਿਉਂਕਿ ਜਿਹੜੀ ਨਿੰਦਾ ਉਹ ਕਿਸੇ ਦੀ ਭਲੀ ਨਹੀਂ, ਅਤੇ ਜਿਹੜੇ ਕਰਦੇ ਉਹਨਾਂ ਨੂੰ ਮਨਮੁਖ ਕਹਿੰਦੇ, ਉਹਨਾਂ ਨੂੰ ਮੂਰਖ ਕਹਿੰਦੇ ਗੁਰਬਾਣੀ ਗੁਰੂ ਵਿੱਚ। ਮਾਰੇ ਫਰਮਾਉਂਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾਂ ਨਰਕੇ ਘੋਰ ਪਵਨ। ਜੇ ਹੁਣ ਅਸੀਂ ਕਿਸੇ ਨੂੰ ਮਾੜਾ ਆਖਾਂਗੇ, ਕਿਸੇ ਦੀ ਨਿੰਦਿਆ ਕਰਾਂਗੇ, ਉਹਨੂੰ ਸਤ ਸੰਗਤ ਨਹੀਂ ਕਹਿੰਦੇ, ਉਹਨੂੰ ਗੁਰਬਾਣੀ 'ਚ ਛੱਪੜ ਕਹਿੰਦੇ। ਜੇ ਅਸੀਂ ਛੱਪੜ ਦੇ ਵਿੱਚ ਜਾਵਾਂਗੇ, ਉੱਥੇ ਸਾਡੇ ਉੱਤੇ ਹੋਰ ਚਿੱਕੜ ਪੈ ਜਾਏਗਾ, ਕਿਉਂਕਿ ਛੱਪੜ ਦੇ ਵਿੱਚ ਗੰਦਗੀ, ਸਾਡੇ ਉੱਤੇ ਚਿੱਕੜ ਪਏਗਾ ਅਤੇ
ਸਾਡਾ ਮਨ ਹੋਰ ਗੰਦਾ ਹੋ ਜਾਏਗਾ, ਹੋਰ ਉਹ ਅਸ਼ਾਂਤ ਤੇ ਹੋਰ ਦੁਖੀ ਹੋ ਜਾਏਗਾ। ਸਾਨੂੰ ਤਾਈਆਂ ਫਿਰ ਸਮਝਾਉਂਦੇ ਵੀ ਜੇ ਅੱਗੇ ਤੀਰਥ ਹੋਵੇ ਫਿਰ ਮੈਲ ਉਤਰਦੀ, ਜੇ ਅੱਗੇ ਛੱਪੜ ਹੈ ਤੇ ਫਿਰ ਮਹਾਰਾਜ ਕਹਿੰਦੇ ਵੀ ਸਗ ਵੀ ਮੇਰੀ ਹੋਰ ਦੂਣੀ ਮੈਲ ਲੱਗ ਜਾਂਦੀ। ਫਰਮਾਉਂਦੇ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛੱਪੜ ਨਹਾਤੇ ਸਗ ਵੀ ਮਲ ਲਾਏ। ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ। ਸਾਨੂੰ ਸਮਝਾਉਂਦੇ ਵੀ ਤੀਰਥ ਉੱਥੇ ਬਣਦਾ ਹੈ ਜਿੱਥੇ ਐਸੇ ਗੁਰਮੁਖ ਹੁੰਦੇ ਵੀ ਜਿਹੜੇ ਆਪ ਘਰ ਚਲੇ ਗਏ, ਉਹਨਾਂ ਦਾ ਮਨ ਸਹਿਜ ਘਰ ਵਿੱਚ ਬੈਠਾ ਤੇ ਉਹਨਾਂ ਦੇ ਮੁਖ ਦਾ, ਉਹਨਾਂ ਦੀ ਰਸਨਾ ਦਾ ਮਾਲਕ ਆਪ ਇਸਤੇਮਾਲ ਕਰਦਾ। ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹਨਾਂ ਦੀ ਦ੍ਰਿਸ਼ਟੀ ਦਾ ਆਪ ਇਸਤੇਮਾਲ ਕਰਦਾ। ਉਹਨੂੰ ਫਿਰ ਕਹਿੰਦੇ ਵੀ ਅੱਗੇ ਤੀਰਥ, ਜਿੱਥੇ ਸੱਚ ਤੇ ਨਾਮ ਦੀ ਮਹਿਮਾ ਫਿਰ ਗੁਰਮੁਖ ਕਰਦੇ, ਉਹਦੀ ਵਡਿਆਈ ਕਰਦੇ, ਉਹਨੂੰ ਕਹਿੰਦੇ ਵੀ ਇਹ ਤੀਰਥ। ਉਹ ਥਾਂ ਜਿਹੜੀ ਜਿੱਥੇ ਫਿਰ ਮਾਲਕ ਦੇ ਗੁਣ ਗਾਏ ਜਾਂਦੇ, ਉਹ ਥਾਂ ਪਵਿੱਤਰ ਹੋ ਜਾਂਦੀ ਤੇ ਉਹਨਾਂ ਜੀਵਾਂ ਨੂੰ ਹੀ ਫਿਰ ਅੱਗੇ ਦਰਗਾਹ ਦੇ ਵਿੱਚ ਢੋਈ ਮਿਲਦੀ, ਥਾਂ ਮਿਲਦਾ, ਜਿਨ੍ਹਾਂ ਨੂੰ ਫਿਰ ਐਸੀ ਸਤ ਸੰਗਤ ਮਿਲ ਜਾਂਦੀ ਤੇ ਜਿਨ੍ਹਾਂ ਨੂੰ ਪੂਰਾ ਗੁਰੂ ਲੱਭ ਜਾਂਦਾ। ਮਾਰੇ ਫਰਮਾਉਂਦੇ ਸੋ ਥਾਨ ਸੁਹਾਵਾ ਪਵਿੱਤ ਹੈ, ਜਿਥੇ ਸੰਤ ਸਭਾ ਢੋਈ ਤਿਸ ਹੀ ਨੂੰ ਮਿਲੇ, ਜਨ ਪੂਰਾ ਗੁਰੂ ਲੱਭਾ। ਸਤਿਗੁਰੂ ਕਹਿੰਦੇ ਵੀ ਉਹ ਥਾਂ ਸੋਹਣਾ ਹੋ ਜਾਂਦਾ, ਉਹ ਥਾਂ ਪਵਿੱਤਰ ਹੋ ਜਾਂਦੀ ਜਿੱਥੇ ਸੰਤਾਂ ਦੀ ਸਭਾ ਲੱਗਦੀ। ਸਭਾ ਕਹਿੰਦੇ ਸਤ ਸੰਗਤ ਨੂੰ, ਬਈ ਇਹ ਸੰਤਾਂ ਦੀ ਸਭਾ ਹੈ। ਹੁਣ ਮਹਾਰਾਜ ਕਹਿੰਦੇ ਵੀ ਉਹ ਥਾਂ ਪਵਿੱਤਰ, ਤੇ ਜਿਹੜੇ ਜੀਵ ਉੱਥੇ ਜਾਣਗੇ ਐਸੀ ਸਭਾ ਦੇ ਵਿੱਚ, ਉਹਨਾਂ ਦੇ ਮਨ ਪਵਿੱਤਰ ਹੋ ਜਾਣਗੇ, ਉਹਨਾਂ ਦੇ ਮਨ ਦੇ ਉੱਤੋਂ ਮੈਲ ਉਤਰ ਜੇਗੀ, ਕਿਉਂਕਿ ਉਹ ਅੱਗੇ ਤੀਰਥ। ਜੇ ਅੱਗੇ ਤੀਰਥ ਹੋਵੇ ਤੇ ਤਾਂ ਹੀ ਮੈਲ ਲੈਂਦੀ, ਜੇ ਅੱਗੇ ਛੱਪੜ ਹੈ ਤੇ ਮਹਾਰਾਜ ਕਹਿੰਦੇ ਹੋਰ ਮੈਲ ਲੱਗੀ। ਫਿਰ ਤੀਰਥ ਦਾ ਬਣਦਾ ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਜਿੱਥੇ ਐਸੇ ਸੰਤ ਸਾਧੂ ਜਨ ਹੁੰਦੇ, ਗੁਰਮੁਖ ਹੁੰਦੇ, ਉਹ ਤੀਰਥ। ਜਿੱਥੇ ਨਿੰਦਿਆ ਹੁੰਦੀ, ਵੈਰ ਵਿਰੋਧ ਦੀ ਗੱਲ ਹੁੰਦੀ, ਉਹਨੂੰ ਛੱਪੜ ਕਹਿ ਦਿੱਤਾ ਵੀ ਉਹ ਛੱਪੜ। ਛੱਪੜ ਦੇ ਉੱਤੇ ਜਿਹੜਾ ਵਾਸਾ ਹੁੰਦਾ ਉਹ ਬਗਲਿਆਂ ਦਾ ਹੁੰਦਾ। ਬਗਲਿਆਂ ਨੇ ਛੱਪੜ ਦੇ ਉੱਤੇ ਰਹਿਣਾ ਤੇ ਉਹਨਾਂ ਨੇ ਗੰਦਗੀ ਖਿਲਾਰਨੀ ਤੇ ਗੰਦਗੀ ਹੀ ਖਾਣੀ। ਤੇ ਜਿਹੜਾ ਸਤਿਸਰ ਸਰੋਵਰ ਹੈ, ਜਿਹਨੂੰ ਮਾਨ ਸਰੋਵਰ ਦਾ ਨਾਮ ਦਿੱਤਾ, ਉੱਥੇ ਹੰਸਾਂ ਦਾ ਵਾਸਾ ਹੁੰਦਾ। ਹੰਸਾਂ ਦੀ ਜਿਹੜੀ ਖੁਰਾਕ ਉਹਨਾਂ ਨੇ ਹੀਰੇ ਮੋਤੀ ਚੁਗਣੇ। ਜਿਹੜਾ ਬਗਲਾ ਉਹ ਡੱਡੂਆਂ ਮੱਛੀਆਂ ਭਾਲਣ ਜਾਂਦਾ ਤੇ ਹੰਸਾਂ ਨੇ ਹੀਰੇ ਮੋਤੀ ਚੁਗਣੇ। ਮਹਾਰਾਜ ਤਾਈਆਂ ਫਰਮਾਉਂਦੇ ਹੰਸਾਂ ਹੀਰੇ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਈ। ਹੁਣ ਜਿਹੜੇ ਤਾਂ ਗੁਰਮੁਖ ਨੇ ਉਹ ਤਾਂ ਫਿਰ ਸਤ ਸੰਗਤ ਕਰਦੇ, ਉਹ ਸਿਮਰਨ ਕਰਦੇ, ਕਿਉਂਕਿ ਉਹਨਾਂ ਨੂੰ ਭੇਦ ਵੀ ਸਤ ਸੰਗਤ ਦੇ ਵਿੱਚ ਜਾ ਕੇ ਸਾਨੂੰ ਰਤਨ ਮਿਲਣੇ, ਸਾਨੂੰ ਹੀਰੇ ਮਿਲਣੇ, ਸਾਨੂੰ ਮੋਤੀ ਮਿਲਣੇ। ਜਿਹੜਾ ਬਗਲਾ ਉਹ ਉੱਥੇ ਜਾਂਦਾ ਜਿੱਥੇ ਗੰਦਗੀ, ਜਿੱਥੇ ਨਿੰਦਿਆ ਚੁਗਲੀ ਹੁੰਦੀ, ਜਿੱਥੇ ਵੈਰ ਵਿਰੋਧ ਦੀ ਗੱਲ ਹੁੰਦੀ, ਜਿੱਥੇ ਈਰਖਾ ਨਫ਼ਰਤ ਦੀ ਗੱਲ ਹੁੰਦੀ, ਬਗਲੇ ਨੂੰ ਉਹ ਚੰਗਾ ਲੱਗਦਾ, ਕਿਉਂਕਿ ਬਗਲੇ ਦਾ ਸੁਭਾਅ ਹੈ ਵੀ ਉਹਨੇ ਗੰਦਗੀ ਖਾਣੀ ਤੇ ਉਹਨੂੰ ਗੰਦਗੀ ਹੀ ਚੰਗੀ ਲੱਗਦੀ। ਹੁਣ ਜਿਹੜਾ ਹੰਸ ਹੈ ਉਹਨੇ ਮੋਤੀ ਚੁਗਣੇ। ਔਰ ਇਸ ਵਾਸਤੇ ਸਾਰੀ ਅਵਸਥਾ ਮਨ ਦੀ,
ਮਨ ਹੀ ਵਗਲਾ ਬਣ ਜਾਂਦਾ ਹੈ। ਮਨ ਹੀ ਹੰਸ ਬਣਨਾ, ਇਹ ਨਹੀਂ ਪਰਮਹੰਸ ਹੋਣਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਿਰ ਤਾਂ ਸਾਨੂੰ ਸਮਝਾਉਂਦੇ ਵੀ ਜੇ ਤਾਂ ਅੱਗੇ ਤੀਰਥ ਹੈ ਫਿਰ ਤਾਂ ਸਾਡੇ ਮਨ ਦੀ ਮੈਲ ਲੱਥੇਗੀ, ਅਤੇ ਜੇ ਅੱਗੇ ਛੱਪੜ ਹੈ ਤਾਂ ਉੱਥੋਂ ਦੂਣੀ ਮੈਲ ਲੱਗ ਜਾਏਗੀ। ਤਾਂ ਫਿਰ ਸਾਨੂੰ ਸਮਝਾਉਂਦੇ ਵੀ ਤੁਸੀਂ ਐਸੀ ਸਤ ਸੰਗਤ ਲੱਭੋ, ਸਤਸਰ ਸਰੋਵਰ, ਵੀ ਜਿੱਥੇ ਜਾ ਕੇ ਸਾਡੇ ਮਨ ਦੀ ਮੈਲ ਉਤਰ ਜੇ, ਸਾਡਾ ਮਨ ਅਤੇ ਮਨ ਦਾ ਤਨ ਦੋਵੇਂ ਸ਼ੁੱਧ ਹੋ ਜਾਣ। ਜੇ ਉਹ ਕਹਿੰਦੇ ਤੁਸੀਂ ਛੱਪੜ 'ਚ ਜਾਓਗੇ, ਉੱਥੋਂ ਕੀ ਲੱਭੋਗੇ, ਉੱਥੇ ਤਾਂ ਤੁਹਾਡੇ 'ਤੇ ਚਿੱਕੜ ਹੀ ਪੈਣ। ਮਹਾਰਾਜ ਫਰਮਾਉਂਦੇ ਫਰੀਦਾ ਸੋਈ ਸਰਬਰ ਢੂੰਡ ਲਿਓ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ। ਵੀ ਛੱਪੜ ਦੇ ਵਿੱਚ ਤਾਂ ਚਿੱਕੜ ਹੀ ਹੈ ਅਤੇ ਉਹ ਸਾਡੇ 'ਤੇ ਚਿੱਕੜ ਹੀ ਪੈਣਾ। ਸੋ ਇਸ ਵਾਸਤੇ ਫਿਰ ਕਹਿੰਦੇ ਵੀ ਤੀਰਥ ਉਹ ਹੈ ਜਿੱਥੇ ਸੱਚ ਅਤੇ ਨਾਮ ਦੀ ਵਡਿਆਈ ਹੁੰਦੀ, ਅਤੇ ਤੀਰਥ ਬਣਦਾ ਹੀ ਉੱਥੇ ਜਿੱਥੇ ਗੁਰਮੁਖਾਂ ਨੇ, ਸੰਤਾਂ ਨੇ, ਸਾਧੂਆਂ ਨੇ ਜਿਹੜੇ ਆਪਣੇ ਘਰ ਗਏ, ਉਹਨਾਂ ਨੇ ਜਿੱਥੇ ਬੈਠ ਕੇ ਉਹ ਮਾਲਕ ਦੀ ਉਸਤਤ ਵਡਿਆਈ ਕੀਤੀ, ਉਹ ਧਰਤੀ ਪਵਿੱਤਰ ਹੋ ਜਾਂਦੀ। ਉਹ ਧਰਤੀ ਪਵਿੱਤਰ ਹੋਣ ਕਰਕੇ ਉੱਥੇ ਤੀਰਥ ਬਣ ਜਾਂਦੇ। ਜਿੱਥੇ ਜਿੱਥੇ ਭਗਤ ਜਨ, ਸੰਤ ਜਨ ਰਹੇ, ਗੁਰੂ ਸਾਹਿਬ ਰਹੇ, ਉੱਥੇ ਫਿਰ ਇਹ ਤੀਰਥ ਬਣੇ ਹੋਏ, ਉੱਥੇ ਗੁਰੂ ਘਰ ਬਣੇ। ਤਾਈਓ ਆਪਾਂ ਉੱਥੇ ਜਾਂਦੇ ਅਤੇ ਉੱਥੇ ਜਾ ਕੇ ਜੀਵ ਦੇ ਮਨ ਨੂੰ ਸ਼ਾਂਤੀ ਆਉਂਦੀ, ਸੁੱਖ ਮਿਲਦਾ, ਕਿਉਂਕਿ ਉਹ ਥਾਂ ਪਵਿੱਤਰ ਹੋਈ ਗਈ। ਬਾਬਾ ਕਬੀਰ ਜੀ ਮਾਲਕ ਤੋਂ ਫਿਰ ਪੁੱਛਦੇ, ਕਹਿੰਦੇ ਵੀ ਮੇਰੇ ਅੰਦਰ ਇੱਕ ਝਗੜਾ ਹੈ, ਵੀ ਤੁਸੀਂ ਉਹ ਝਗੜੇ ਨੂੰ ਨਿਬੇੜੋ। ਵੀ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਤੀਰਥ ਹੈ ਉਹ ਵੱਡਾ ਹੈ ਕਿ ਜਿਹੜਾ ਹਰੀ ਦਾ ਦਾਸ ਹੈ ਉਹ ਵੱਡਾ? ਕਿਉਂਕਿ ਤੀਰਥ ਦਾ ਉੱਥੇ ਬਣਦਾ ਜਿੱਥੇ ਹਰੀ ਦੇ ਦਾਸ ਨੇ ਹਰੀ ਦੀ ਭਗਤੀ ਕੀਤੀ, ਉਹਦੀ ਵਡਿਆਈ ਕੀਤੀ, ਉੱਥੇ ਤੀਰਥ ਬਣੇ। ਮਹਾਰਾਜ ਫਰਮਾਉਂਦੇ ਕਹੋ ਕਬੀਰ ਹੋਂ ਭਇਆ ਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਿਉਂਕਿ ਪਹਿਲਾਂ ਸਮਿਆਂ ਦੇ ਵਿੱਚ ਜੀਵਾਂ ਦੇ ਅੰਦਰ ਬੜੀ ਦੁਬਿਧਾ ਹੋਣ ਕਰਕੇ ਉਹਨਾਂ ਨੇ ਜਿਵੇਂ ਧਾਰਮਿਕ ਸਥਾਨ ਬਣਾਏ ਸੀ, ਮੰਦਰ ਬਣਾਏ ਸੀ ਜਾਂ ਹੋਰ ਸਥਾਨ ਬਣਾਏ ਸੀ, ਉੱਥੇ ਭਗਤਾਂ ਨੂੰ ਵੀ ਜਾਣ ਨਹੀਂ ਸੀ ਦਿੰਦੇ। ਉਹਨਾਂ ਨੂੰ ਵੀ ਕਹਿੰਦੇ ਸੀ ਵੀ ਇਹ ਸ਼ੂਦਰ, ਜਿਹੜੇ ਬ੍ਰਾਹਮਣ ਸੀ ਉਹ ਕਹਿੰਦੇ ਸੀ ਵੀ ਇਹ ਨੀਵੀਂ ਜਾਤਾਂ ਦੇ ਨੇ, ਇਹ ਮੰਦਰ 'ਚ ਨਹੀਂ ਜਾ ਸਕਦੇ, ਇਹ ਧਾਰਮਿਕ ਸਥਾਨਾਂ 'ਤੇ ਜਾ ਨਹੀਂ ਸਕਦੇ ਕਿਉਂਕਿ ਨੀਚ ਨੇ। ਉਹ ਕਹਿੰਦੇ ਵੀ ਸਾਡਾ ਇਹ ਝਗੜਾ ਨਿਬੇੜੋ, ਵੀ ਪਹਿਲਾਂ ਦੱਸੋ ਵੀ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ? ਫਿਰ ਆਵਾਂ ਨੂੰ ਸਮਝਾਉਂਦੇ ਵੀ ਤੀਰਥ ਨਹੀਂ ਵੱਡਾ, ਹਰੀ ਦਾ ਦਾਸ ਵੱਡਾ ਹੈ। ਜਿੱਥੇ ਉਹ ਹਰੀ ਦਾ ਦਾਸ ਜਾਂਦਾ ਉੱਥੇ ਤਾਂ ਤੀਰਥ ਬਣ ਜਾਂਦੇ। ਮਾਰੇ ਤਾਈਆਂ ਸਮਝਾਉਂਦੇ ਵੀ ਜੇ ਸਾਡੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ, ਹਰੀ ਵਸ ਜਾਂਦਾ, ਜਿਹੜੇ 68 ਤੀਰਥ ਨੇ ਉਹ ਗੁਰਮੁਖਾਂ ਦੇ ਨਾਲ ਨਾਲ ਚੱਲਦੇ। 68 ਤੀਰਥ ਤਿਸ ਸੰਗ ਰਹੇ ਜੋ ਹਰ ਹਿਰਦੇ ਸਦਾ ਵਸਾਈ। ਵੀ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ, ਨਾਮ ਵਸ ਗਿਆ, 68 ਤੀਰਥ ਤਾਂ ਉੱਥੇ ਹੀ ਉਹਨਾਂ ਦੇ ਨਾਲ ਚੱਲਦੇ। ਜਿੱਥੇ ਸਾਧੂ ਜਨ ਜਾਂਦੇ, ਮਾਰੇ ਕਹਿੰਦੇ ਉੱਥੇ ਹੀ ਤੀਰਥ ਬਣ ਜਾਂਦੇ। 68 ਤੀਰਥ ਜੇ ਸਾਧ ਪੱਗ ਧਰੀ, ਵੀ ਜਿੱਥੇ ਸਾਧੂ ਜਨਾਂ ਦੇ ਚਰਨ ਪੈ ਜਾਂਦੇ ਉੱਥੇ ਹੀ ਤੀਰਥ ਬਣ ਜਾਂਦੇ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੀਰਥ ਸਥਾਨ ਉਹ ਹੈ ਜਿਸੇ ਮਾਲਕ ਦੀ ਉਸਤਤ, ਜਿੱਥੇ ਮਾਲਕ ਦੀ ਵਡਿਆਈ, ਉਹਦੀ ਮਹਿਮਾ ਕੀਤੀ ਜਾਂਦੀ।
ਜਿਥੇ ਭਗਤ ਜਨ ਜਾਂਦੇ, ਸੰਤ ਜਨ ਜਾਂਦੇ, ਮਾਲਕ ਦੇ ਗੁਣ ਗਾਉਂਦੇ, ਉਹਦੀ ਉਸਤਤ ਕਰਦੇ, ਉੱਥੇ ਤੀਰਥ ਬਣ ਜਾਂਦੇ। ਜਿਹੜੇ ਨਿੰਦਕ ਜੀਵ ਨੇ ਉਹਨਾਂ ਨੂੰ ਫਿਰ ਉਹ ਚੰਗਾ ਨਹੀਂ ਲੱਗਦਾ, ਕਿਉਂਕਿ ਗੁਰਮੁਖ ਜਿੱਥੇ ਜਾਂਦੇ ਸਿਮਰਨ ਕਰਦੇ, ਮਾਲਕ ਦੀ ਉਸਤਤ ਕਰਦੇ, ਵਡਿਆਈ ਕਰਦੇ। ਅਤੇ ਜਿਹੜੇ ਜੀਵ ਸਿਮਰਨ ਕਰਦੇ, ਜਿਹੜੇ ਉਹਨਾਂ ਦੀ ਵਿਚਾਰ ਸੁਣਦੇ, ਉਹ ਫਿਰ ਉਹਨਾਂ ਦੀ ਵਡਿਆਈ ਕਰਦੇ ਵੀ ਇਹ ਜੋ ਕਹਿ ਰਹੇ ਬਿਲਕੁਲ ਠੀਕ ਕਹਿੰਦੇ ਨੇ। ਜਿਹੜੇ ਨਿੰਦਕ ਨੇ ਫਿਰ ਉਹਨਾਂ ਦੀ ਸਿਫਤ ਸਲਾਹ ਉਹਨਾਂ ਨੂੰ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਉਹ ਭਾਉਂਦੀ ਨਹੀਂ ਹੈ। ਉਹ ਫਿਰ ਜਿਹੜੇ ਨਿੰਦਕ ਨੇ ਉਹ ਜਲਦੇ ਨੇ, ਉਹ ਹੋਰ ਦੁਖੀ, ਉਹ ਹੋਰ ਅਸ਼ਾਂਤ ਹੁੰਦੇ ਨੇ। ਮਹਾਰਾਜ ਇਸ ਲਈ ਫਰਮਾਉਂਦੇ, ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣ, ਸਗਲੇ ਹੋਈ ਸੁਖ ਹਰ ਨਾਮ ਧਿਆਵਣ। ਜੀ ਕਰਨ ਜੈਕਾਰ ਨਿੰਦਕ ਮੂਏ ਪਚ, ਨਾਨਕ ਮਨ ਆਨੰਦ ਹਰ ਨਾਮ ਜਪ। ਬਈ ਜਿੱਥੇ ਵੀ ਭਗਤ ਜਨ ਜਾਂਦੇ, ਉੱਥੇ ਤੀਰਥ ਬਣ ਜਾਂਦਾ, ਉੱਥੇ ਉਹ ਮਾਲਕ ਦੀ ਸਿਫਤ ਸਲਾਹ ਕਰਦੇ, ਮਾਲਕ ਦੀ ਵਡਿਆਈ ਕਰਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅੱਗੇ ਤੀਰਥ ਹੈ ਫਿਰ ਸਾਡੇ ਮਨ ਦੀ ਮੈਲ ਲੈਣੀ, ਜੇ ਅੱਗੇ ਛੱਪੜ ਹੈ, ਵੈਰ ਵਿਰੋਧ ਦੀ ਗੱਲ ਚੱਲਦੀ, ਅਤੇ ਸਾਡੇ ਮਨ 'ਤੇ ਮੈਲ ਲੱਗਣੀ। ਫਿਰ ਤਾਂ ਸਾਨੂੰ ਸਮਝਾਉਂਦੇ ਵੀ ਜੇ ਤਾਂ ਸਤਸੰਗ ਹੈ ਤਾਂ ਚੁੱਪ ਕਰਕੇ ਬੈਠੇ ਰਹੋ, ਜੇ ਲੱਗਦਾ ਛੱਪੜ ਹੈ ਤਾਂ ਚੁੱਪ ਕਰਕੇ ਉੱਠ ਕੇ ਬਾਹਰ ਚਲੇ ਜਾਓ, ਅਤੇ ਜਾ ਕੇ ਬਾਹਰ ਸਿਮਰਨ ਕਰਕੇ ਫਟਾਫਟ ਉਹ ਮੈਲ ਨੂੰ ਲਾ ਦੇ। ਕਿਉਂਕਿ ਜਿਹੜੀ ਗੱਲ ਅਸੀਂ ਸੁਣ ਲਈ ਵੈਰ ਵਿਰੋਧ ਦੀ, ਨਿੰਦਿਆ ਦੀ, ਉਹ ਮੈਲ, ਉਹ ਮੈਲ ਸਾਡੇ ਉੱਤੇ ਲੱਗੀ ਨਾ ਰਹਿ ਜੀ, ਅਤੇ ਉਹ ਮੈਲ ਨੂੰ ਅਸੀਂ ਨਾਲ ਦੀ ਨਾਲ ਲਾਹ ਦੇਣਾ, ਮਨ ਨੂੰ ਸ਼ੁੱਧ ਕਰ ਦੇਣਾ, ਧੋ ਲੈਣਾ। ਜਿਵੇਂ ਮਹਾਰਾਜ ਕਹਿੰਦੇ ਵੀ ਅਸੀਂ ਚਿੱਟੇ ਸਫੇਦ ਕੱਪੜੇ ਪਾ ਕੇ ਕੱਜਲ ਦੀ ਕੋਠੜੀ ਵਿੱਚ ਵੜ ਜਾਈਏ, ਉਹ ਸਾਡੇ ਵਸਤਰਾਂ ਦੇ ਉੱਤੇ ਕਾਲਖ ਲੱਗ ਜਾਣੀ, ਦਾਗ ਲੱਗ ਜਾਣੀ। ਹੁਣ ਉਹ ਕਹਿੰਦੇ ਵੀ ਜੇ ਕਾਲਸ ਲੱਗ ਗਈ ਹੈ ਅਤੇ ਬਾਹਰ ਨਿਕਲ ਕੇ ਉਹਨੂੰ ਫਟਾਫਟ ਝਾੜ ਦਿਓ। ਮਾਰੇ ਫਰਮਾਉਂਦੇ, ਓੜੇ ਵਸਤਰ ਕਾਜਲ ਮੇਂ ਪੜਿਆ, ਬੌਰ ਬੌਰ ਫਿਰ ਝਾੜ। ਬਈ ਜੇ ਸਾਡੇ ਕੰਨਾਂ ਦੇ ਵਿੱਚ ਕੋਈ ਐਸੀ ਗੱਲ ਪੈ ਵੀ ਗਈ ਹੈ, ਨਿੰਦਿਆ ਚੁਗਲੀ ਵਾਲੀ, ਦੁਬਦਾ ਵਾਲੀ, ਵੈਰ ਵਿਰੋਧ ਵਾਲੀ, ਅਸੀਂ ਸੁਣ ਵੀ ਲਈਏ, ਉਹਨੂੰ ਫਟਾਫਟ ਸਿਮਰਨ ਕਰਕੇ ਉਹ ਮੈਲ ਨੂੰ ਝਾੜ ਦਿਓ। ਬਈ ਜੇ ਸਾਡੇ ਮੈਲ ਲੱਗੀ ਰਹਿ ਗਈ ਅਤੇ ਉਹ ਮੈਲ ਨੇ ਸਾਨੂੰ ਦੁੱਖ ਦੇਣਾ, ਉਹਨੇ ਸਾਨੂੰ ਅਸ਼ਾਂਤ ਕਰਨਾ। ਹੁਣ ਇਸ ਕਰਕੇ ਫਿਰ ਅਸੀਂ ਨਾਲ ਦੀ ਨਾਲ ਮੈਲ ਨੂੰ ਲਾਈ ਜਾਣਾ, ਵੀ ਤਾਂ ਕਿ ਸਾਡਾ ਮਨ ਨਿਰਮਲ ਰਹੇ, ਸਾਡਾ ਮਨ ਸ਼ੁੱਧ ਰਹੇ। ਜਿੰਨਾ ਮਨ ਨਿਰਮਲ ਹੋਏਗਾ, ਸ਼ੁੱਧ ਹੋਏਗਾ, ਓਨਾ ਹੀ ਸੁਖੀ ਹੋਏਗਾ। ਜਿੰਨੀ ਮੈਲ ਹੋਏਗੀ ਓਨਾ ਹੀ ਦੁਖੀ ਹੋਏਗਾ, ਓਨਾ ਹੀ ਅਸ਼ਾਂਤ ਹੋਏਗਾ, ਓਨਾ ਹੀ ਰੋਗੀ ਹੋਏਗਾ। ਹੁਣ ਤਾਂ ਕਰਕੇ ਫਿਰ ਇਹ ਆਪਾਂ ਨੂੰ ਆਪਣੇ ਜੀਵਨ ਦੀ ਜਾਂਚ ਦੱਸੀ ਵੀ ਜਿਵੇਂ ਅਸੀਂ ਤਨ ਨੂੰ ਰੋਜ਼ ਇਸ਼ਨਾਨ ਕਰਾਉਂਦੇ, ਰੋਜ਼ ਅਸੀਂ ਧੋਤੇ ਹੋਏ ਵਸਤਰ ਪਾਉਂਦੇ ਹਾਂ, ਹੁਣ ਇਸੇ ਤਰ੍ਹਾਂ ਹੀ ਕਹਿੰਦੇ ਮਨ ਨੂੰ ਵੀ ਰੋਜ਼ ਧੋ, ਮਨ ਨੂੰ ਵੀ ਜਿਹੜੇ ਵਸਤਰ ਉਹ ਸਿਫਤ ਸਲਾਹ ਦਾ ਕੱਪੜਾ ਪਵਾਓ, ਵੀ ਤਾਂ ਕਿ ਜਿਹੜਾ ਮਨ ਹੈ ਉਹਨੂੰ ਸੁੱਖ ਮਿਲੇ, ਉਹਨੂੰ ਸ਼ਾਂਤੀ ਆਵੇ, ਉਹਨੂੰ ਆਨੰਦ ਅਵਸਥਾ 'ਚ ਰਹੇ। ਹੁਣ ਮਨ ਵਾਸਤੇ ਇਹ ਸਿਮਰਨ ਅਭਿਆਸ, ਸਤ ਸੰਗਤ, ਮਨ ਦਾ ਇਸ਼ਨਾਨ ਹੁੰਦਾ ਜਦੋਂ ਆਪਾਂ ਸਿਮਰਨ ਕਰਦੇ ਹਾਂ, ਜਦੋਂ ਆਪਾਂ ਸਤ ਸੰਗਤ ਕਰਦੇ। ਮਾਰੇ ਫਰਮਾਉਂਦੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਜਦੋਂ ਅਸੀਂ ਸਿਮਰਨ ਕਰਾਂਗੇ ਸਾਡੇ ਮਨ ਦਾ ਇਸ਼ਨਾਨ ਹੋਏਗਾ, ਸਾਡਾ ਮਨ ਹੈ ਜਿਹੜਾ ਇਹ ਧੋਤਾ ਜਾਏਗਾ।
ਜਦੋਂ ਅਸੀਂ ਸਤਸੰਗਤ ਕਰਾਂਗੇ, ਸ਼ਬਦ ਦੀ ਵਿਚਾਰ ਕਰਾਂਗੇ ਜਾਂ ਸੁਣਾਂਗੇ, ਇਹਦੇ ਨਾਲ ਵੀ ਸਾਡਾ ਇਸ਼ਨਾਨ ਹੁੰਦਾ, ਸਾਡਾ ਮਨ ਧੋਤਾ ਜਾਂਦਾ। ਫਰਮਾਉਂਦੇ ਨੇ ਮਨ ਤਨ ਧੋਵੇ ਸ਼ਬਦ ਵਿਚਾਰੀ। ਜਦੋਂ ਸ਼ਬਦ ਦੀ ਵਿਚਾਰ ਚੱਲਦੀ, ਇੱਕ ਜਣਾ ਆਪਾਂ ਕਰਦੇ ਹਾਂ, ਬਾਕੀ ਆਪਾਂ ਧਿਆਨ ਨਾਲ ਸੁਣਦੇ ਹਾਂ, ਇਹ ਆਪਣੇ ਮਨ ਦਾ ਇਸ਼ਨਾਨ ਹੋ ਰਿਹਾ, ਸਾਡਾ ਮਨ ਧੋਤਾ ਜਾ ਰਿਹਾ, ਇਹ ਸ਼ੁੱਧ ਹੋ ਰਿਹਾ, ਇਹਦੀ ਮੈਲ ਉਤਰ ਰਹੀ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਜਿਵੇਂ ਤੁਸੀਂ ਤਨ ਨੂੰ ਰੋਜ਼ ਇਸ਼ਨਾਨ ਕਰਾਉਂਦੇ, ਇਸੇ ਤਰ੍ਹਾਂ ਹੀ ਮਨ ਨੂੰ ਵੀ ਇਸ਼ਨਾਨ ਕਰਾਓ। ਔਰ ਇਹ ਆਪਾਂ ਇਸੇ ਕਰਕੇ ਰੋਜ਼ ਸਤਸੰਗਤ ਦੇ ਵਿੱਚ ਆਉਂਦੇ ਹਾਂ ਵੀ ਦਿਨ ਦੇ ਸਮੇਂ ਜਿਹੜੀ ਹੁਣ ਸਾਡੇ ਮਨ 'ਤੇ ਮੈਲ ਲੱਗ ਗਈ, ਸਵੇਰ ਤੋਂ ਸ਼ਾਮ ਤੱਕ ਆਪਾਂ ਇਸ ਮਾਤ ਲੋਕ ਦੇ ਵਿੱਚ ਵਿਚਰਦੇ, ਇੱਥੇ ਚੱਲਦੇ ਹੋਏ ਕੰਮਕਾਰ ਕਰਦੇ ਹੋਏ ਕਈ ਵਾਰ ਸਾਡੇ ਮਨ ਦੇ ਉੱਤੇ ਜਾਣੇ ਅਣਜਾਣੇ ਵਿੱਚ ਮੈਲ ਲੱਗ ਜਾਂਦੀ। ਹੁਣ ਉਹ ਜਿਹੜੀ ਮੈਲ ਲੱਗ ਗਈ ਅਤੇ ਰਾਤ ਨੂੰ ਆਪਾਂ ਇਸ ਸਮੇਂ ਸੰਗਤ 'ਚ ਆ ਕੇ ਉਹ ਮੈਲ ਨੂੰ ਧੋ ਦਿੰਦੇ, ਮੈਲ ਨੂੰ ਲਾ ਲੈਂਦੇ। ਹੁਣ ਜਦੋਂ ਆਪਾਂ ਆਪਦੇ ਦੇਸ਼ ਨੂੰ ਜਾਣਾ, ਘਰ ਨੂੰ ਜਾਣਾ, ਇੱਥੋਂ ਮੈਲ ਨੂੰ ਲਾਹ ਕੇ ਜਾਣਾ। ਜੇ ਸਾਡੇ ਮਨ ਦੇ ਉੱਤੇ ਮੈਲ ਲੱਗੀ ਰਹੇਗੀ ਅਤੇ ਅਸੀਂ ਆਪਦੇ ਘਰ ਨਹੀਂ ਜਾ ਸਕਾਂਗੇ, ਇਹ ਮੈਲ ਸਾਨੂੰ ਘਰ ਨਹੀਂ ਜਾਣ ਦੇਵੇਗੀ। ਹੁਣ ਇਹੋ ਕਾਰਨ ਹੈ ਵੀ ਜਦੋਂ ਸੰਸਾਰ ਦੇ ਵਿੱਚ ਜੀਵ ਨਹੀਂ ਮਨ ਦਾ ਇਸ਼ਨਾਨ ਕਰਦਾ, ਨਹੀਂ ਸੰਗਤ ਕਰਦਾ, ਫਿਰ ਤੁਸੀਂ ਬਹੁਤ ਸਾਰੇ ਜੀਵ ਦੇਖੇ ਹੋਣੇ ਵੀ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਫਿਰ ਉਹ ਡਾਕਟਰਾਂ ਪਾਸ ਜਾਂਦੇ, ਫਿਰ ਉਹ ਗੋਲੀਆਂ ਖਾਂਦੇ ਵੀ ਕਿਵੇਂ ਨਾ ਕਿਵੇਂ ਸਾਨੂੰ ਨੀਂਦ ਆ ਜੇ ਥੋੜ੍ਹੀ। ਹੁਣ ਉਹਨਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹੀ ਹੈ ਵੀ ਮੈਲ ਇੰਨੀ ਲੱਗ ਗਈ, ਮਨ ਦਾ ਉਹਨਾਂ ਨੇ ਕਦੇ ਇਸ਼ਨਾਨ ਨਹੀਂ ਕਰਾਇਆ। ਉਹ ਮੈਲ ਇੰਨੀ ਲੱਗੀ ਹੋਣ ਕਰਕੇ ਉਹ ਮੈਲ ਘਰ ਜਾਣ ਨਹੀਂ ਦਿੰਦੀ। ਉਹ ਵਿਚਾਰ ਹੀ ਫੁਰਨੀ ਇੰਨੇ ਵੱਧ ਜਾਂਦੇ, ਵਿਚਾਰ ਇੰਨੇ ਵੱਧ ਜਾਂਦੇ। ਫਿਰ ਕਈ ਜੀਵ ਨਸ਼ੇ ਦਾ ਆਸਰਾ ਲੈਂਦੇ ਵੀ ਨਸ਼ਾ ਕਰਕੇ ਕਿਵੇਂ ਨਾ ਕਿਵੇਂ ਨੀਂਦ ਆਵੇ, ਸੁੱਧ ਬੁੱਧ ਮਾਰੀ ਜਾਵੇ ਤਾਂ ਕਿ ਸਾਨੂੰ ਭੁੱਲ ਜੇ ਸਾਰਾ ਕੁਛ। ਹੁਣ ਆਪਾਂ ਨੂੰ ਕਿੰਨਾ ਸੌਖਾ ਦੱਸਿਆ ਸਤਿਗੁਰਾਂ ਨੇ ਵੀ ਜੇ ਅਸੀਂ ਸਿਮਰਨ ਕਰੀਏ, ਸਤਸੰਗਤ ਕਰੀਏ, ਨਾ ਸਾਨੂੰ ਡਾਕਟਰਾਂ ਤੋਂ ਗੋਲੀਆਂ ਖਾਣ ਦੀ ਲੋੜ, ਨਾ ਸਾਨੂੰ ਹੋਰ ਕਿਸੇ ਪਾਸੇ ਜਾਣ ਦੀ ਲੋੜ, ਅਤੇ ਸਿਮਰਨ ਕੀਤਾ, ਮਨ ਦਾ ਇਸ਼ਨਾਨ ਹੋਇਆ ਅਤੇ ਸਿੱਧਾ ਹੀ ਅਸੀਂ ਆਪਦੇ ਘਰ ਚਲੇ ਜਾਣਾ ਸੰਨ ਦੇ ਵਿੱਚ। ਆਪਣੇ ਜਿਹੜੇ ਗੁਰਮੁਖ ਅਭਿਆਸ ਕਰਦੇ, ਸਿਮਰਨ ਕਰਦੇ, ਉਹਨਾਂ ਨੂੰ ਕੋਈ ਇਹ ਦਿੱਕਤ ਨਹੀਂ ਆਉਂਦੀ। ਉਹਨਾਂ ਨੂੰ ਇਹ ਨਹੀਂ ਵੀ ਨੀਂਦ ਨਹੀਂ ਆਉਂਦੀ ਜੀ, ਉਦੋਂ ਜਦੋਂ ਉਹਨਾਂ ਦੀ ਇੱਛਾ ਉਦੋਂ ਹੀ ਸੁੰਨ 'ਚ ਚਲੀ ਜਾਂਦੀ। ਕਿਉਂਕਿ ਅਭਿਆਸ ਹੋਣ ਕਰਕੇ ਨਾਲ ਨਾਲ ਅਸੀਂ ਮਨ ਨੂੰ ਧੋਈ ਜਾਂਦੇ ਹਾਂ, ਮੈਲ ਨਾ ਹੋਣ ਕਰਕੇ ਅਸੀਂ ਸਿੱਧੇ ਹੀ ਆਪਦੇ ਘਰ ਚਲੇ ਜਾਂਦੇ। ਜਿੰਨਾ ਮਨ ਮੈਲਾ ਹੋਏਗਾ ਉਹ ਘਰ ਨਹੀਂ ਜਾਏਗਾ। ਔਰ ਇਸੇ ਤਰ੍ਹਾਂ ਹੀ ਜੇ ਅਸੀਂ ਹੁਣ ਨਾ ਸੰਗਤ ਕੀਤੀ, ਨਾ ਅਸੀਂ ਜੋ ਸਤਿਗੁਰੂ ਸਾਨੂੰ ਕਹਿ ਰਹੇ ਉਹ ਅਸੀਂ ਸੋਝੀ ਲਈ, ਗਿਆਨ ਲਿਆ, ਅਤੇ ਜਿਹੜਾ ਆਉਣ ਵਾਲਾ ਸਮਾਂ ਹੈ ਇਹ ਵਿਚਾਰ ਜੀਵਾਂ ਦੇ ਹੋਰ ਵੱਧ ਹੀ ਜਾਣਗੇ। ਜਿਹੜੇ ਹੁਣ ਬੱਚੇ ਨੇ, ਜੇ ਉਹਨਾਂ ਨੇ ਨਾ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਏ, ਨਾ ਸਤਸੰਗਤ ਕਰਨ ਲੱਗੇ, ਉਹਨਾਂ ਦਾ ਜਿਹੜਾ ਆਉਣ ਵਾਲਾ ਸਮਾਂ ਭਵਿੱਖ ਉਹ ਕੋਈ ਬਹੁਤਾ ਵਧੀਆ ਨਹੀਂ ਹੋਏਗਾ। ਉਹਨਾਂ ਦਾ ਮਨ ਬੜਾ ਸ਼ਾਂਤ, ਬੜਾ ਦੁਖੀ ਹੋ ਜਾਏਗਾ। ਅੱਗੇ ਜਿਉਂ-ਜਿਉਂ ਜੋ ਸਾਨੂੰ ਗੁਰਬਾਣੀ ਗੁਰੂ ਵਿੱਚ ਭਵਿੱਖਬਾਣੀ ਕੀਤੀ ਗੁਰੂ ਨਾਨਕ ਦੇ ਘਰ ਵੀ ਇਹ ਕਲਾ ਦਾ ਯੁੱਗ ਹੈ, ਕਲਾ ਦੇ ਯੁੱਗ ਦੇ ਵਿੱਚ ਵਿਗਿਆਨ ਤਰੱਕੀ ਕਰਦਾ। ਜਿਉਂ-ਜਿਉਂ ਵਿਗਿਆਨ ਤਰੱਕੀ ਕਰੇਗਾ ਅਤੇ ਉਹਦੇ ਜੀਵ ਨੇ ਜਿਹੜੇ ਉਹ ਹੋਰ ਨਾਸਤਕ ਹੁੰਦੇ ਜਾਣਗੇ।
ਜਦੋਂ ਵਿਗਿਆਨ ਤਰੱਕੀ ਕਰੇਗਾ, ਮਸ਼ੀਨਰੀ ਦਾ ਯੁੱਗ ਹੈ, ਤੇ ਜੀਵ ਵਿਹਲੇ ਹੁੰਦੇ ਜਾਣਗੇ। ਜਿਵੇਂ ਆਪਾਂ ਹੁਣ ਦੇਖਦੇ ਹਾਂ ਨਾ ਵੀ ਆਪਣਾ ਇੱਥੇ ਬੱਚੇ ਦੌੜ ਲੱਗੀ ਵੀ ਬਾਹਰਾਂ ਨੂੰ ਚਲੇ ਜਾਈਏ, ਪਰਦੇਸਾਂ ਨੂੰ ਚਲੇ ਜਾਈਏ, ਕਿਉਂਕਿ ਇੱਥੇ ਨੌਕਰੀਆਂ ਨਹੀਂ, ਕੰਮ ਕਾਰ ਨਹੀਂ। ਹੁਣ ਕਿੰਨਾ ਕੁ ਸਮਾਂ ਇਹ ਚੱਲੇਗਾ, ਉੱਧਰ ਵੀ ਕਿੰਨਾ ਕੁ ਕੰਮ ਚੱਲੇਗਾ, ਉੱਧਰ ਵੀ ਕਮੀ ਆ ਜਾਣੀ ਕੰਮ ਦੀ, ਉੱਧਰ ਵੀ ਜੀਵਾਂ ਨੇ ਵਿਹਲੇ ਹੋ ਜਾਣ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਇਆ ਵੀ ਜਿਉਂ-ਜਿਉਂ ਵਿਗਿਆਨ ਤਰੱਕੀ ਕਰਦਾ, ਜਿਹੜਾ ਮਸ਼ੀਨਰੀ ਦਾ ਯੁੱਗ ਹੈ, ਫਿਰ ਉਹ ਜੀਵ ਵਿਹਲੇ ਹੁੰਦੇ ਜਾਂਦੇ। ਜਿੱਥੇ ਪਹਿਲਾਂ 100 ਬੰਦਾ ਕੰਮ ਕਰਦਾ, ਉੱਥੇ ਮਸ਼ੀਨਰੀ ਇੱਕ ਹੀ ਸਾਂਭ ਲੈਂਦੀ। ਫਿਰ ਜਦੋਂ ਹੋਰ ਤਰੱਕੀ ਕਰਦਾ, ਜਿੱਥੇ 1000 ਬੰਦਾ ਕੰਮ ਕਰਦਾ, ਉੱਥੇ 1000 ਦੀ ਜਗ੍ਹਾ ਇੱਕ ਹੀ ਸਾਂਭ ਲੈਂਦੀ। ਫਿਰ ਜਦੋਂ ਹੋਰ ਤਰੱਕੀ ਕਰੇਗਾ, ਜਿੱਥੇ 1,00,000 ਬੰਦਾ ਕੰਮ ਕਰਦਾ, ਉੱਥੇ 1-2 ਬੰਦੇ ਹੀ ਸਾਂਭ ਲੈਣਗੇ, ਬਾਕੀ ਸਾਰੇ ਵਿਹਲੇ ਹੋ ਜਾਣਗੇ। ਹੁਣ ਜੇ ਅਸੀਂ ਗੁਰੂ ਦੀ ਮੱਤ ਨਾ ਲਈ ਤੇ ਜੀਵਾਂ ਦੇ ਵਿਚਾਰ ਇੰਨੇ ਵੱਧ ਜਾਣਗੇ, ਜਦੋਂ ਵਿਹਲੇ ਹੋਣਗੇ ਉਹਨਾਂ ਨੂੰ ਕੰਮਕਾਰ ਨਹੀਂ ਮਿਲੇਗਾ। ਉਹਨਾਂ ਨੂੰ ਜਦੋਂ ਕੰਮਕਾਰ ਨਹੀਂ ਮਿਲੇਗਾ, ਉਹਨਾਂ ਦੇ ਵਿਚਾਰ ਇੰਨੇ ਵੱਧ ਜਾਣਗੇ, ਇੰਨੀਆਂ ਚਿੰਤਾਵਾਂ ਉਹਨਾਂ ਨੂੰ ਲੱਗ ਜਾਣਗੀਆਂ, ਉਹਨਾਂ ਨੂੰ ਨੀਂਦ ਨਹੀਂ ਆਏਗੀ। ਰਾਤਾਂ ਦੀ ਜਿਹੜੀ ਉਹਨਾਂ ਦੀ ਨੀਂਦ ਉੱਡ ਜਾਏਗੀ। ਫਿਰ ਜਦੋਂ ਨੀਂਦ ਨਹੀਂ ਆਏਗੀ, ਉਹ ਦਿਮਾਗੀ ਤੌਰ 'ਤੇ ਕਮਲੇ ਹੋ ਜਾਣਗੇ, ਸੁੱਧ ਬੁੱਧ ਉਹਨਾਂ ਦੀ ਖਤਮ ਹੋ ਜਾਏਗੀ। ਅਤੇ ਆਪਸ ਵਿੱਚ ਹੀ ਫਿਰ ਇੱਕ ਦੂਸਰੇ ਨੂੰ ਵੱਢਣਾ ਕੱਟਣਾ ਸ਼ੁਰੂ ਕਰ ਦੇਣਗੇ। ਐਸੇ ਜੀਵ ਕੋਈ 2-4 ਨਹੀਂ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੰਖਾਂ ਦੀ ਗਿਣਤੀ ਵਿੱਚ ਐਸੇ ਨਾਸਤਕ ਜੀਵ ਜਿਹੜੇ ਉਹ ਉੱਠ ਕੇ ਖੜੇ ਹੋ ਜਾਣਗੇ। ਉਹ ਸਮਾਂ ਫਿਰ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ, ਜੋ ਆਪਾਂ ਰੋਜ਼ ਪੜ੍ਹਦੇ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗਲ ਵੱਢ ਹੱਤਿਆ ਕਮਾਈ, ਅਸੰਖ ਪਾਪੀ ਪਾਪ ਕਰ ਜਾਏ। ਵੀ ਐਸੇ ਜੀਵ ਅਸੰਖਾਂ ਦੀ ਗਿਣਤੀ 'ਚ ਜਿਹੜੇ ਗਲ ਵੱਢਣਾ ਸ਼ੁਰੂ ਕਰ ਦੇਣਗੇ, ਇੱਕ ਦੂਸਰੇ ਨੂੰ ਮਾਰਨਾ ਸ਼ੁਰੂ ਕਰ ਦੇਣਗੇ, ਕਿਉਂਕਿ ਪਰਮਾਤਮਾ 'ਤੇ ਭਰੋਸਾ ਨਹੀਂ, ਕਿਉਂਕਿ ਬ੍ਰਹਮ ਦਾ ਗਿਆਨ ਨਹੀਂ ਲਿਆ, ਗੁਰੂ ਦੀ ਸ਼ਰਨ 'ਚ ਕੋਈ ਨਹੀਂ ਆਏ। ਮਨ ਦੇ ਅੰਦਰ ਸਹਿਣਸ਼ੀਲਤਾ, ਸਬਰ, ਸੰਤੋਖ, ਜਦ ਸਦ ਰਹਿਣਾ ਹੀ ਕੋਈ ਨਹੀਂ। ਵੀ ਜਿਹਨੇ ਸਾਨੂੰ ਪੈਦਾ ਕੀਤਾ, ਉਹਨੇ ਸਾਡੀ ਪਾਲਣਾ ਪੋਸ਼ਣਾ ਵੀ ਕਰਨੀ, ਭਰੋਸਾ ਨਹੀਂ ਰਹਿਣਾ ਪਰਮਾਤਮਾ 'ਚ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜੇ ਹੁਣ ਅਸੀਂ ਗੁਰੂ ਦੀ ਸ਼ਰਨ ਚਾਹਾਂਗੇ, ਜੇ ਅਸੀਂ ਸਤਸੰਗ ਚਾਹਾਂਗੇ, ਤਾਂ ਸਤਿਗੁਰੂ ਇਹੀਓ ਤਾਂ ਸਾਨੂੰ ਭੇਜਦੇ ਰਹੇ ਵੀ ਸਾਡੀ ਪਾਲਣਾ ਪੋਸ਼ਣਾ ਕਰਨ ਵਾਲਾ ਕੋਈ ਹੋਰ ਨਹੀਂ ਹੈ, ਪਰਮਾਤਮਾ ਹੀ। ਜਿਹਨੇ ਸਾਨੂੰ ਪੈਦਾ ਕੀਤਾ, ਉਹਨੂੰ ਸਾਡੀ ਚਿੰਤਾ ਵੀ ਹੈ, ਉਹਨੂੰ ਸਾਡਾ ਫਿਕਰ ਵੀ। ਅਤੇ ਸਮੇਂ ਸਮੇਂ ਮੁਤਾਬਕ ਉਹ ਸਾਡੀਆਂ ਲੋੜਾਂ, ਮਨ ਦੀਆਂ ਵੀ ਤਨ ਦੀਆਂ ਵੀ, ਉਹ ਸਾਰੀਆਂ ਪੂਰੀਆਂ ਕਰਦਾ ਰਹਿੰਦਾ। ਜੇ ਤਾਂ ਸਾਨੂੰ ਭਰੋਸਾ ਹੈ, ਫਿਰ ਤਾਂ ਸਾਨੂੰ ਕੋਈ ਚਿੰਤਾ ਫਿਕਰ ਹੋਣੀ ਨਹੀਂ। ਜਦੋਂ ਸਾਨੂੰ ਉਹਦੇ 'ਤੇ ਭਰੋਸਾ ਨਹੀਂ, ਫਿਰ ਸਾਨੂੰ ਦਿਨ ਰਾਤ ਚਿੰਤਾ ਜਿਹੜੀ ਉਹ ਵੱਢ ਵੱਢ ਖਾਂਦੀ, ਸਤਾਉਂਦੀ, ਅਤੇ ਅਸੀਂ ਹੋਰ ਦੁਖੀ ਹੁੰਦੇ ਹਾਂ, ਹੋਰ ਅਸ਼ਾਂਤ ਹੁੰਦੇ। ਮਹਾਰਾਜ ਤਾਂਹੀਓ ਫਿਰ ਸਾਨੂੰ ਸਮਝਾਉਂਦੇ, ਫਰਮਾਉਂਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੀਓ ਪਾਏ ਕੇ ਤਿੰਨਾਂ ਭੀ ਰੋਜੀ ਦੇ। ਮਾਲਕ ਨੇ ਜਿੱਥੇ ਜੀ ਪੈਦਾ ਕੀਤੇ, ਉਹਨਾਂ ਨੂੰ ਉੱਥੇ ਰੋਜੀ ਵੀ ਦਿੰਦੇ, ਉਹਨਾਂ ਨੂੰ ਰਿਜ਼ਕ ਵੀ ਦਿੰਦੇ। ਹੋਰ ਜਿੰਨੇ ਵੀ 84 ਲੱਖ ਜੂਨ ਨੇ ਮਾਨਸ ਨੂੰ ਛੱਡ ਕੇ, ਉਹਨਾਂ ਨੂੰ ਪਰਮਾਤਮਾ 'ਤੇ ਭਰੋਸਾ ਹੈ ਬਈ ਜਿਹਨੇ ਸਾਨੂੰ ਸੰਸਾਰ 'ਚ ਭੇਜੇ ਹੈ, ਉਹਨੇ ਸਾਨੂੰ ਖਾਣਾ ਵੀ ਦੇਣਾ, ਉਹਨੇ ਸਾਡੀ ਪਾਲਣਾ ਪੋਸ਼ਣਾ ਵੀ ਕਰਨਾ। ਸਿਰਫ ਇੱਕ ਮਾਨਸ ਹੀ ਐਸਾ ਹੈ ਜਿਹਨੂੰ ਸਭ ਤੋਂ ਵੱਧ ਗਿਆਨ ਦਿੱਤਾ, ਪਰ ਇਹਨੂੰ ਨਾ
ਸਹੀ ਗਿਆਨ ਦਾ ਇਸਤੇਮਾਲ ਕਰਨ ਕਰਕੇ ਇਹਨੂੰ ਮਾਲਕ 'ਤੇ ਭਰੋਸਾ ਨਹੀਂ ਰਿਹਾ, ਇਹਨੂੰ ਪ੍ਰਤੀਤ ਨਹੀਂ ਰਹੀ। ਇਹ ਜਿਉਂ ਸਾਰੀ ਉਮਰ ਆਪਦੇ ਵਾਸਤੇ ਇਕੱਠਾ ਕਰਨਾ ਸ਼ੁਰੂ ਕਰਦਾ ਹੈ, ਇਕੱਠਾ ਹੀ ਕਰੀ ਜਾਂਦਾ। ਫਿਰ ਇਹ ਵੀ ਨਹੀਂ ਬਈ ਓਨਾ ਕੁ ਇਕੱਠਾ ਕਰਦਾ ਵੀ ਜਿੰਨੀ ਕੁ ਲੋੜ ਹੈ, ਹੱਦੋਂ ਵੱਧ ਇਕੱਠਾ ਕਰਦਾ ਵੀ ਜਿਹਦੀ ਇਹਨੂੰ ਲੋੜ ਮੰਨੀ। ਫਿਰ ਉਹ ਇਕੱਠਾ ਕਰ ਕਰਕੇ ਹੋਰ ਹਉਮੈ ਵੀ ਆਉਂਦੀ ਅਤੇ ਹੰਕਾਰ ਵੀ ਵਧਾਉਂਦੀ। ਦੂਸਰਿਆਂ ਦੀ ਫਿਰ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ, ਉਹਨਾਂ ਨੂੰ ਮਾੜਾ ਕਹਿੰਦਾ ਵੀ ਮੇਰੇ ਵੀ ਤਾਂ ਦੋ ਹੱਥ, ਮੈਂ ਇੰਨਾ ਕਰ ਲਿਆ, ਮੈਂ ਇੰਨਾ ਇਕੱਠਾ ਕਰ ਲਿਆ, ਮੈਂ ਇੰਨਾ ਸਿਆਣਾ ਹੈ। ਦੂਜੇ ਨੂੰ ਕਹਿੰਦਾ ਵੀ ਇਹ ਤਾਂ ਕਮਲਾ ਹੀ ਹੈ, ਇਹਨੂੰ ਤਾਂ ਕੋਈ ਸੋਝੀ ਨਹੀਂ, ਇਹਨੂੰ ਤਾਂ ਕੁਝ ਪਤਾ ਹੀ ਨਹੀਂ। ਮਹਾਰਾਜ ਫਿਰ ਇਸ ਅਵਸਥਾ ਦੇ ਵਿੱਚ ਮਨ ਨੂੰ ਮੂਰਖ ਕਹਿੰਦੇ ਵੀ ਮੂਰਖਾ ਤੂੰ ਕਾਹਦਾ ਮਨ ਕਰਦਾ, ਤੂੰ ਕਾਹਦਾ ਹੰਕਾਰ ਕਰਦਾ। ਵੀ ਇਹ ਜੋ ਤੂੰ ਇਕੱਠਾ ਕਰ ਕਰਕੇ ਜਿਹਦਾ ਹੰਕਾਰ ਕਰਦਾ ਹੈ, ਤੂੰ ਹੰਕਾਰ ਦਾ ਤਾਂ ਕਰ ਵੀ ਜੇ ਤੂੰ ਇੱਥੋਂ ਛੱਡ ਕੇ ਇਹਨੂੰ ਜਾਣਾ ਨਾ ਹੋਵੇ, ਤੂੰ ਇੱਥੇ ਸਦਾ ਰਹਿ ਨਹੀਂ ਸਕਦਾ, ਤੈਨੂੰ ਇਹ ਛੱਡ ਕੇ ਜਾਣਾ ਪੈਣਾ। ਫਿਰ ਤੂੰ ਇਕੱਠਾ ਕਰਕੇ ਇਸ ਕਰਕੇ ਸਾਂਭੀ ਚੱਲ, ਰੱਖੀ ਚੱਲ ਵੀ ਮੈਂ ਦੁਬਾਰਾ ਆਊਂ ਅਤੇ ਦੁਬਾਰਾ ਆ ਕੇ ਇਹਨੂੰ ਵਰਤ। ਫਿਰ ਤੂੰ ਦੁਬਾਰਾ ਇੱਥੇ ਆਉਣਾ ਮੰਨੀ। ਇਹ ਕੁਦਰਤ ਦਾ ਅਸੂਲ ਹੈ, ਜਦੋਂ ਇੱਕ ਘਰ 'ਚੋਂ ਦੂਸਰੇ 'ਚ ਭੇਜਦੇ ਉਹਨੂੰ ਪਿਛੋਕੜ ਭੁਲਾ ਦਿੰਦੇ, ਉਹਨੂੰ ਚੇਤੇ ਨਹੀਂ ਰਹਿੰਦਾ ਵੀ ਕੌਣ ਮੇਰਾ ਇਹ ਪਿਛਲਾ। ਹੁਣ ਇਸ ਅਵਸਥਾ 'ਚ ਫਿਰ ਮਨ ਨੂੰ ਕਹਿੰਦੇ ਵੀ ਤੂੰ ਕਾਹਦਾ ਹੰਕਾਰ ਅਤੇ ਕਾਹਦਾ ਮਾਣ ਕਰਦਾ। ਫਰਮਾਉਂਦੇ ਮੂਰਖ ਮਨ ਕਾਹੇ ਕਰ ਸੇ ਮਨ, ਉੱਠ ਚੱਲਣਾ ਖਸਮੇ ਭਣ। ਤਾਜ ਸਾਧ ਸਹਿ ਸੁਖ ਹੋਈ, ਘਰ ਛੱਡਣੇ ਬਨ ਰਹੇ ਨਾ ਕੋਈ। ਕਿਛ ਖਾ ਜਾਈਏ ਕਿਛ ਧਰ ਜਾਈਏ, ਜੇ ਬੌਰ ਦੁਨੀਆ ਆਈਏ। ਵੀ ਜੇ ਤਾਂ ਦੁਬਾਰਾ ਆਉਣਾ ਹੋਵੇ ਫਿਰ ਤਾਂ ਕੁਝ ਖਾ ਲਓ, ਕੁਝ ਧਰ ਜੋ, ਵੀ ਦੁਬਾਰਾ ਆਵਾਂਗੇ ਫਿਰ ਵਰਤ ਲਾਂਗੇ। ਹੁਣ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਸਤਿਗੁਰੂ ਵੀ ਤੁਸੀਂ ਮਾਲਕ 'ਤੇ ਭਰੋਸਾ ਕਰੋ, ਉਹਦੇ 'ਤੇ ਪ੍ਰਤੀਤ ਕਰੋ। ਸਾਰਾ ਜਿਹੜਾ ਇਹ ਖੇਲ ਇਹ ਭਰੋਸੇ ਦਾ, ਸਾਡਾ ਜਿਹੜਾ ਭਰਮ ਹੈ ਤਾਈਓਂ ਖਤਮ ਹੋਣਾ ਜੇ ਸਾਨੂੰ ਸਾਧ ਸੰਗਤ 'ਚ ਆ ਕੇ ਭਰੋਸਾ ਆ ਗਿਆ, ਪ੍ਰਤੀਤ ਆ ਗਈ। ਜੇ ਤਾਂ ਸਾਨੂੰ ਗੁਰੂ ਦੇ ਬਚਨਾਂ 'ਤੇ ਭਰੋਸਾ ਹੈ, ਸਾਡਾ ਭਰਮ ਖਤਮ ਹੋਣਾ। ਜੇ ਸਾਨੂੰ ਭਰੋਸਾ ਹੀ ਨਹੀਂ ਵੀ ਇਹ ਤਾਂ ਪਤਾ ਨਹੀਂ ਉਹੀ ਕਹੀ ਜਾਂਦੇ ਨੇ ਜੀ, ਫਿਰ ਸਾਡਾ ਭਰਮ ਨਹੀਂ ਖਤਮ ਹੋਏਗਾ, ਫਿਰ ਸਾਡੇ ਚਿੰਤਾ ਫਿਕਰ ਨਹੀਂ ਖਤਮ ਹੋਣਗੇ। ਮਾਰੇ ਤਾਈਓਂ ਫਰਮਾਉਂਦੇ ਭਰਮ ਕੀ ਜਾਲੀ ਤਾਂ ਕੀ ਕਾਟੀ, ਜਾ ਕੋ ਸਾਧ ਸੰਗਤ ਵਿਸ਼ਵਾਸਾ। ਬਈ ਜਿਹਨੂੰ ਤਾਂ ਸਾਧ ਸੰਗਤ 'ਚ ਆ ਕੇ ਵਿਸ਼ਵਾਸ ਆ ਗਿਆ, ਭਰੋਸਾ ਆ ਗਿਆ ਗੁਰੂ ਦੇ ਬਚਨਾਂ 'ਤੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਬਿਲਕੁਲ ਸੱਤ ਕਹਿ ਰਹੇ, ਫਿਰ ਤਾਂ ਸਾਡਾ ਭਰਮ ਖਤਮ ਹੋ ਜਾਣਾ। ਜੇ ਸਾਨੂੰ ਭਰੋਸਾ ਹੀ ਨਹੀਂ, ਸਾਨੂੰ ਪ੍ਰਤੀਤ ਹੀ ਨਹੀਂ, ਫਿਰ ਸਾਡਾ ਭਰਮ ਜਿਹੜਾ ਉਹ ਬਣਿਆ ਹੀ ਰਹਿਣਾ। ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਸਾਰਾ ਜਿਹੜਾ ਖੇਲ ਉਹ ਭਰੋਸੇ ਦਾ। ਹੁਣ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਭਰੋਸਾ ਪਰਮਾਤਮਾ 'ਤੇ, ਮਾਲਕ 'ਤੇ ਭਰੋਸਾ ਹੋਣ ਕਰਕੇ ਉਹਨਾਂ ਦੇ ਸਾਰੇ ਅੰਦੇਸ਼ੇ ਖਤਮ ਹੋ ਜਾਂਦੇ। ਉਹਨਾਂ ਨੂੰ ਕੋਈ ਫਿਕਰ ਨਹੀਂ, ਉਹਨਾਂ ਨੂੰ ਕੋਈ ਚਿੰਤਾ ਨਹੀਂ। ਮਾਰੇ ਫਰਮਾਉਂਦੇ ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਮਿਟਿਓ ਸਗਲ ਅੰਦੇਸਾ। ਵੀ ਜਿਹੜੇ ਰਾਮ ਦੇ ਜਨ, ਉਹਨਾਂ ਨੂੰ ਰਾਮ 'ਤੇ ਭਰੋਸਾ, ਉਹਨਾਂ ਨੂੰ ਪਰਮਾਤਮਾ 'ਤੇ ਭਰੋਸਾ। ਉਹ ਕਿਸੇ ਹੋਰ ਇਹ ਨਹੀਂ ਬਈ ਉਹ ਸੰਸਾਰ ਦੇ ਵਿੱਚ ਕਿਸੇ ਹੋਰ 'ਤੇ ਭਰੋਸਾ, ਉਹਨਾਂ ਨੂੰ ਦੂਜੇ 'ਤੇ ਟੇਕ। ਉਹਨਾਂ ਨੇ ਜੇ ਟੇਕ ਰੱਖੀ ਹੈ ਤਾਂ ਇੱਕ ਮਾਲਕ 'ਤੇ ਰੱਖੀ, ਕਿਉਂਕਿ ਉਹਨਾਂ ਨੂੰ ਉਹਦੇ 'ਤੇ ਭਰੋਸਾ ਵੀ ਜਿਹਨੇ ਸਾਨੂੰ ਪੈਦਾ ਕੀਤਾ, ਉਹਨੇ ਸਾਡੀ ਪਾਲਣਾ ਪੋਸ਼ਣਾ ਵੀ ਕਰਨੀ ਅਤੇ ਉਹ ਹਰ ਸਮੇਂ ਸਾਡੇ ਅੰਗ ਸੰਗ ਨਾਲ। ਮਾਲਕ ਦਾ ਸਿਮਰਨ ਕਰਕੇ ਉਹਨਾਂ ਦੇ ਸਾਰੇ ਅੰਦੇਸ਼ੇ ਜਿਹੜੇ ਉਹ ਖਤਮ ਹੋ ਜਾਂਦੇ।
ਉਹਨਾਂ ਦੇ ਸੈਂਸੇ ਫਿਕਰ ਚਿੰਤਾਵਾਂ ਸਭ ਖਤਮ ਹੋ ਜਾਂਦੀ। ਹੁਣ ਤਾਈਆਂ ਹੁਣ ਆਪਾਂ ਨੂੰ ਸਮਝਾਉਂਦੇ ਵੀ ਸਿਮਰਨ ਕਰਨਾ ਆਪਾਂ ਸਾਰਿਆਂ ਨੇ ਅਤੇ ਪੂਰੇ ਵਿਸ਼ਵਾਸ ਨਾਲ ਕਰਨਾ, ਭਰੋਸੇ ਨਾਲ ਕਰਨਾ। ਮਹਾਰਾਜ ਫਰਮਾਉਂਦੇ ਜਪੀਏ ਸਾਸ ਗਿਰਾਸ ਪੂਰਨ ਵਿਸ਼ਵਾਸ। ਵੀ ਜਦੋਂ ਅਸੀਂ ਵਿਸ਼ਵਾਸ ਨਾਲ ਜਪਾਂਗੇ, ਭਰੋਸੇ ਨਾਲ ਜਪਾਂਗੇ, ਸਾਡਾ ਭਰਮ ਖਤਮ ਹੋਵੇਗਾ ਕਿਵੇਂ? ਜਦੋਂ ਅਸੀਂ ਭਰੋਸੇ ਨਾਲ ਜਪਾਂਗੇ ਵੀ ਅਸੀਂ ਸਿਮਰਨ ਕਰ ਰਹੇ ਹਾਂ, ਸਾਡਾ ਕਲਾ ਕਲੇਸ਼ ਕਿਵੇਂ ਨਹੀਂ ਖਤਮ ਹੋਏਗਾ? ਜਦੋਂ ਸਾਨੂੰ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਫਿਰ ਅਸੀਂ ਕਹਿੰਦੇ ਵੀ ਅਸੀਂ ਕਰਾਂਗੇ। ਫਿਰ ਤਾਂ ਕਰਕੇ ਅਸੀਂ ਦੁਖੀ ਹੁੰਦੇ, ਸਾਡਾ ਮਨ ਸ਼ਾਂਤ ਹੋ ਜਾਂਦਾ। ਸੋ ਇਸ ਵਾਸਤੇ ਹੁਣ ਆਪਾਂ ਨੂੰ ਕਹਿੰਦੇ ਵੀ ਭਰੋਸੇ ਵਾਸਤੇ ਤੁਸੀਂ ਸਿਮਰਨ ਕਰੋ ਅਤੇ ਪੂਰੇ ਵਿਸ਼ਵਾਸ ਨਾਲ ਕਰੋ, ਤਾਂ ਕਿ ਸਾਡੇ ਮਨ ਨੂੰ ਪਰਮਾਤਮਾ 'ਤੇ ਪ੍ਰਤੀਤ ਆ ਜੇ, ਸਾਨੂੰ ਭਰੋਸਾ ਆ ਜੇ। ਆਓ ਹੁਣ ਜੋ ਸਤਿਗੁਰੂ ਸਾਨੂੰ ਅਭਿਆਸ ਕਰਨ ਨੂੰ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਸਿਮਰਨ ਕਰਦੇ ਪੂਰੇ ਵਿਸ਼ਵਾਸ ਨਾਲ ਕਰਦੇ, ਫਿਰ ਸਾਡੇ ਮਨ ਦਾ ਜਿਹੜਾ ਭਰਮ ਆ, ਇਹ ਭਰਮ ਖਤਮ ਹੋ ਜਾਂਦਾ। ਫਿਰ ਸਾਡੀ ਭਰਮ ਦੀ ਜਿਹੜੀ ਜਾਲੀ, ਜਿਹੜਾ ਇਹ ਸਾਡੇ ਕਾਲ ਨੇ ਜਾਲ ਪਾਇਆ ਹੋਇਆ, ਫਿਰ ਇਹ ਜਾਲ ਕੱਟਿਆ ਜਾਂਦਾ ਅਤੇ ਸਾਡਾ ਭਰਮ ਜਿਹੜਾ ਭਰਮ ਖਤਮ ਹੋ ਜਾਂਦਾ। ਔਰ ਇਸ ਵਾਸਤੇ ਸਾਡਾ ਭਰਮ ਖਤਮ ਹੋ ਜੇ ਤਾਂ ਆਪਾਂ ਸਿਮਰਨ ਕਰਦੇ ਹਾਂ, ਸਾਧ ਸੰਗਤ ਕਰਦੇ ਹਾਂ, ਵੀ ਤਾਂ ਕਿ ਸਾਡੇ ਮਨ ਨੂੰ ਸੋਝੀ ਹੋ ਜੇ, ਸਾਡੇ ਮਨ ਨੂੰ ਗਿਆਨ ਹੋ ਜੇ, ਵੀ ਸਾਡਾ ਜਿਹੜਾ ਮਨ ਹੈ ਘਰ ਚਲਾ ਜਾਵੇ। ਮਨ ਨੂੰ ਸਮਝਾਉਣ ਵਾਸਤੇ ਗਿਆਨ ਨੇ ਸੋਝੀ, ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਇਹ ਸੋਝੀ, ਇਹ ਭੇਦ ਘਰ ਦਾ ਸਾਨੂੰ ਕੌਣ ਦਿੰਦਾ? ਮਾਲਕ ਆਪ। ਜਿਹੜੇ ਗੁਰਮੁਖ ਫਿਰ ਘਰ ਚਲੇ ਗਏ, ਜਿਨ੍ਹਾਂ ਦਾ ਮਨ ਸਹਿਜ ਅਵਸਥਾ ਚਲਾ ਗਿਆ, ਜਿਹੜੇ ਘਰ ਬੈਠੇ, ਫਿਰ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਸਾਡੇ ਘਰ ਦੇ ਵਿੱਚ ਸਦਾ ਹੀ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ, ਅੰਦਰ ਵੀ ਹੋ ਰਹੀ ਅਤੇ ਬਾਹਰ ਵੀ ਹੋ ਰਹੀ। ਮਹਾਰਾਜ ਕਹਿੰਦੇ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰ। ਹੁਣ ਅੰਮ੍ਰਿਤ ਦੀ ਵਰਖਾ ਹੋ ਰਹੀ ਸਦਾ ਹੀ, ਅੰਮ੍ਰਿਤ ਸਦਾ ਵਰਸਦਾ ਬੂਝੇ ਬੂਝਣਹਾਰ, ਬਈ ਅੰਮ੍ਰਿਤ ਦੀ ਵਰਖਾ ਸਦਾ ਹੀ ਹੋ ਰਹੀ। ਹੁਣ ਆਪਾਂ ਨੂੰ ਫਿਰ ਇਸ ਅਵਸਥਾ 'ਚ ਜਦੋਂ ਸਾਡਾ ਮਨ ਚਲਾ ਗਿਆ ਸਹਿਜ ਦੇ ਵਿੱਚ, ਫਿਰ ਉਸ ਅਵਸਥਾ 'ਚ ਸਤਿਗੁਰੂ ਕਹਿੰਦੇ ਝਿਮ ਝਿਮ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ। ਵੀ ਸਾਡੇ ਘਰ ਦੇ ਵਿੱਚ ਸਦਾ ਹੀ ਅੰਮ੍ਰਿਤ ਦੀ ਵਰਖਾ ਹੋ ਰਹੀ, ਅਤੇ ਫਿਰ ਕਿਹਦੇ ਬੁਲਾਏ ਬੋਲਦੇ? ਜੋ ਮਾਲਕ ਬੁਲਾਉਂਦਾ, ਜੋ ਮਾਲਕ ਸਾਨੂੰ ਕਹਿਣਾ ਚਾਹੁੰਦਾ, ਜੋ ਸਾਨੂੰ ਸਮਝਾਉਣਾ ਚਾਹੁੰਦਾ, ਉਹ ਫਿਰ ਉਹ ਗੁਰਮੁਖਾਂ ਦੇ ਮੁਖ ਰਾਹੀਂ ਬੋਲਦੇ, ਅਤੇ ਸਾਡੇ ਸਾਰਿਆਂ ਵਾਸਤੇ ਉਹ ਸਾਂਝਾ ਉਪਦੇਸ਼ਨ 'ਚ, ਸਾਡੇ ਸਾਰਿਆਂ ਦੇ ਮਨਾਂ ਵਾਸਤੇ। ਆਈਆਂ ਮਾਰੇ ਫਰਮਾਉਂਦੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਵੀ ਸਾਰਿਆਂ ਨੂੰ ਸਾਂਝਾ ਉਪਦੇਸ਼, ਸਾਰਿਆਂ ਦੇ ਮਨਾਂ ਵਾਸਤੇ। ਔਰ ਇਸ ਵਾਸਤੇ ਗੁਰਮੁਖ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਵੀ ਸਾਡੇ ਹਿਰਦੇ 'ਚ ਵਸ, ਅਤੇ ਆਪਾਂ ਵੀ ਇਹ ਗਿਆਨ ਨੂੰ ਕਮਾ ਕੇ ਸੋਝੀ ਲੈ ਕੇ ਆਪਣਾ ਵੀ ਜਿਹੜਾ ਮਨ ਨੂੰ ਸਹਿਜ ਕਰ ਜਾਵੇ ਅਤੇ ਘਰ ਦਾ ਆਨੰਦ ਲਵੇ। ਸੋ ਇੰਨੀਆਂ ਹੀ ਬੇਨਤੀਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।